Good morning, students. As you know, yesterday we have started our next chapter, that is chemistry in everyday life. ਉਹਦੇ ਵਿੱਚ ਅਸੀਂ ਕੁਝ ਇੰਪੋਰਟੈਂਟ ਮੈਡੀਸਿਨਸ ਬਾਰੇ ਸਟੱਡੀ ਕਰ ਲਿਆ ਥਾ, ਜਿੱਦਾਂ ਕਿ ਐਂਟੀਪਾਇਰੇਟਿਕਸ, ਐਨਲਜੈਸਿਕਸ ਵਗੈਰਾ. ਆਰ ਨੈਕਸਟ ਮੈਡੀਸਿਨ ਇਜ਼ ਐਂਟੀਹਿਸਟਾਮਿਨਸ. ਐਂਟੀਹਿਸਟਾਮਿਨਸ ਕਿਆ ਹੁੰਦੇ ਹੈਗੇ? ਸਾਡੀ ਬੋਡੀ 'ਚ ਕੁਝ ਸਬਸਟੈਂਸਿਸ ਹੁੰਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਿਸਟਾਮਿਨਸ. ਉਹ ਸਾਡੀ ਬੋਡੀ ਦੇ ਵਿੱਚ ਐਲਰਜਿਕ ਸਿਚੁਏਸ਼ਨਸ ਕ੍ਰੀਏਟ ਕਰਦੇ, ਠੀਕ ਹੈ. ਉਹਨਾਂ ਹਿਸਟਾਮਿਨਸ ਨੂੰ ਡਿਸਟਰੋਏ ਕਰਨ ਵਾਸਤੇ ਜਾਂ ਉਹਨਾਂ ਦੇ ਇਫੈਕਟ ਨੂੰ ਘਟਾਉਣ ਵਾਸਤੇ ਜਿਹੜੀ ਅਸੀਂ ਮੈਡੀਸਿਨਸ ਲੈਂਦੇ, ਦੈਟ ਆਰ ਕਾਲਡ ਐਂਟੀਹਿਸਟਾਮਿਨਸ. ਸੋ ਇਹ ਕਿਆ ਹੋ ਗਏ? ਦੀਜ਼ ਆਰ ਦ ਕੈਮੀਕਲ ਸਬਸਟੈਂਸਿਸ ਵਿਚ ਆਰ ਯੂਜ਼ਡ ਫॉर द ट्रीटमेंट ऑफ एलर्जिक रिएक्शंस. कईयां नूं किसी चीज़ तो एलर्जी हो जाती, रैशिज, खांसी, गला खराब, वो वाले एलर्जिक रिएक्शंस जिहड़े है उन्हां दे ट्रीटमेंट वास्ते जिहड़ी असीं मैडिसिनस यूज़ करदे उन्हां नूं असीं कहंदे हैगे एंटीहिस्टामिन्स. एग्जाम्पल एविल, ब्रोमोफिनायरामीन, सैलडान है, सिट्राजिन है. सिट्राजिन अ वेरी कॉमन एग्जाम्पल. सिट्राजिन जिहड़ा है वो तुसीं बहुत नॉर्मली सुनते होने एज अ एलर्जिक रिएक्शनस वास्ते, एलर्जी वास्ते मैडिसिनस यूज़ होंदियां. तो जिहड़ी मैडिसिनस एलर्जी के ट्रीटमेंट वास्ते यूज़ होंदियां दैट आर कॉल्ड एंटीहिस्टामिन्स. क्लीयर? नैक्सट मैडिसिनस आर एंटी फर्टिलिटी ड्रग्स. ठीक है, ये किहड़े कैमिकल सबसटेंसिस होंदे? ये वो कैमिकल सबसटेंसिस होंदे जिहड़े प्रैगनेंसी नूं कंट्रोल करदे. इस करके इन्हां नूं ओरल कॉन्ट्रासैप्टिव पिल्स भी कहंदे है. ये कॉन्सैप्शन या फर्टिलाइजेशन जिहड़ी है ਉਹਨੂੰ ਪ੍ਰੀਵੈਂਟ ਕਰਦੇ ਅਤੇ ਉਹਦੇ ਨਾਲ ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕਰਦੇ. ਇਸ ਕਰਕੇ ਇਹਨਾਂ ਨੂੰ ਬਰਥ ਕੰਟਰੋਲ ਪਿਲਸ ਵੀ ਕਹਿੰਦੇ ਆ. ਠੀਕ ਹੈ, ਇਹ ਡਰੱਗਸ ਜਿਹੜੇ ਹੈ ਉਹ ਜ਼ਿਆਦਾਤਰ ਇੱਕ ਨੈਚੁਰਲ ਪ੍ਰੋਡਕਟਸ ਦੀ ਕਲਾਸ ਹੈ, ਦੈਟ ਆਰ ਕਾਲਡ ਸਟੀਰੋਇਡਸ. ਉਹ ਇੱਕ ਐਂਟੀ ਫਰਟੀਲਿਟੀ ਡਰੱਗਸ ਹੁੰਦੇ ਜਿਹੜੇ ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕਰਦੇ ਅਤੇ ਉਹ ਫੀਮੇਲ ਮੈਂਸੂਰੇਸ਼ਨ ਸਾਈਕਲ ਅਤੇ ਐਵੋਲੂਸ਼ਨ ਨੂੰ ਕੰਟਰੋਲ ਕਰਦੇ. ਬਰਥ ਕੰਟਰੋਲ ਪਿਲਸ ਜਿਹੜੀਆਂ ਹੁੰਦੀਆਂ ਉਹਨਾਂ ਵਿੱਚ ਬੇਸਿਕਲੀ ਐਸਟ੍ਰੋਜਨ ਅਤੇ ਪ੍ਰੋਗੈਸਟਰੋਸਟੀਰੋਨ ਡੈਰੀਵੇਟਿਵਸ ਹੁੰਦੇ ਹੈਗੇ. ਇਹ ਦੋ ਹਾਰਮੋਨਸ ਹੁੰਦੇ ਹੈਗੇ ਇਹ ਫੀਮੇਲ ਬੋਡੀ ਦੇ ਵਿੱਚ ਜਿਹੜੇ ਕਿ ਪ੍ਰੈਗਨੈਂਸੀ ਵਗੈਰਾ ਨੂੰ ਕੰਟਰੋਲ ਕਰਦੇ. ਇਹਨਾਂ ਦਵਾਈਆਂ ਦੀ ਐਗਜ਼ਾਮਪਲਸ ਨੋਰੇਥਿੰਡਰੋਨ ਹੈ, ਨੋਵਲਸਟਰੋਨ ਹੈ ਔਰ ਮੈਲੋਕਸੀਫੀਨ ਹੈ. ਸਹੇਲੀ ਮੈਡੀਸਿਨ ਤੁਸੀਂ ਸੁਣੀ ਹੋਣੀ ਸ਼ਾਇਦ, ਉਹ ਐਜ਼ ਅ ਐਂਟੀ ਫਰਟੀਲਿਟੀ ਡਰੱਗਸ ਜਿਹੜੀ ਆ ਯੂਜ਼ ਕਰਦੇ ਸੋ ਦੈਟ ਕਿ ਪ੍ਰੈਗਨੈਂਸੀ ਨੂੰ ਕੰਟਰੋਲ ਕੀਤਾ ਜਾਵੇ, ਅਵੋਇਡ ਕੀਤਾ ਜਾ ਸਕੇ. ਤਾਂ ਦੈਟਸ ਵਾਈ ਦੇ ਆਰ ਆਲਸੋ ਕਾਲਡ ਬਰਥ ਕੰਟਰੋਲ ਪਿਲਸ. Next our topic is antiseptics and disinfectants. Firstly we will discuss about antiseptics. Antiseptics क्या होंगे? These are the chemical substances which are used to either kill or prevent the growth of microorganisms and can be applied on living tissues to prevent infection. ਜਿਹੜੇ ਐਂਟੀਸੈਪਟਿਕ ਮੈਡੀਸਿਨਸ ਹੁੰਦੀਆਂ ਜਾਂ ਐਂਟੀਸੈਪਟਿਕ ਕਰੀਮਸ ਵਗੈਰਾ ਤੁਸੀਂ ਕਾਮਨਲੀ ਸੁਣਦੇ ਹੋਣੇ, ਇਹ ਉਹ ਕੈਮੀਕਲ ਸਬਸਟੈਂਸਿਸ ਹੁੰਦੇ ਜਿਹੜੇ ਕਿ ਮਾਈਕਰੋ ਆਰਗੈਨਿਜ਼ਮਸ ਨੂੰ ਜਾਂ ਤਾਂ ਖਤਮ ਕਰ ਦਿੰਦੇ ਜਾਂ ਉਹਨਾਂ ਦੀ ਗਰੋਥ ਨੂੰ ਰੋਕਦੇ ਹੈ. ਅਤੇ ਇਹਨਾਂ ਨੂੰ ਲਿਵਿੰਗ ਟਿਸ਼ੂਜ਼ ਬੋਡੀ ਉੱਪਰ ਅਪਲਾਈ ਕੀਤਾ ਜਾ ਸਕਦਾ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਨੂੰ ਰੋਕਣ ਵਾਸਤੇ. ਠੀਕ ਹੈ, ਤੁਸੀਂ ਦੇਖਦੇ ਹੋਣੇ ਕਈ ਵਾਰ ਸੱਟ ਲੱਗ ਜਾਵੇ ਜਾਂ ਮਤਲਬ ਸਕਿਨ ਪਰ ਕੁਛ ਕੱਟ ਲੱਗ ਜਾਵੇ ਤਾਂ ਅਸੀਂ ਕਿਆ ਕਹਿੰਦੇ ਹੈਗੇ ਕਿ ਐਂਟੀਸੈਪਟਿਕ ਲਗਾ ਲਓ ਸੋ ਦੈਟ ਇਨਫੈਕਸ਼ਨ ਨਾ ਹੋਵੇ. ਤਾਂ ਐਂਟੀਸੈਪਟਿਕਸ ਜਿਹੜੇ ਆ ਉਹ ਕੈਮੀਕਲ ਸਬਸਟੈਂਸਿਸ ਹੁੰਦੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੂੰ ਖਤਮ ਕਰਦੇ ਅਤੇ ਉਹਨਾਂ ਨੂੰ ਲਿਵਿੰਗ ਟਿਸ਼ੂਜ਼ ਪਰ ਅਪਲਾਈ ਕੀਤਾ ਜਾ ਸਕਦਾ. ਦੇ ਆਰ ਅਪਲਾਈਡ ਟੂ ਸਕਿਨ, ਵਾਊਂਡਸ, ਕੱਟਸ ਐਸੈਟਰਾ. ਠੀਕ ਹੈ, ਇਹ ਜਿਹੜੇ ਹੈ ਇਹ ਅਡੋਰ ਜਿਹੜੀ ਸਮੈਲ ਹੁੰਦੀ ਹੈਗੀ ਬੈਕਟੀਰੀਅਲ ਡੀਕੰਪੋਜੀਸ਼ਨ ਕਰਕੇ ਸਾਡੀ ਬੋਡੀ 'ਚ ਜਾਂ ਮਾਊਥ ਦੇ ਵਿੱਚ ਪੈਦਾ ਹੋ ਜਾਂਦੀ ਜਿੱਦਾਂ ਪਸੀਨੇ ਵਗੈਰਾ ਕਰਕੇ, ਅਤੇ ਇਸ ਕਰਕੇ ਇਹ ਉਹਨਾਂ ਨੂੰ ਖ਼ਤਮ ਕਰਨ ਵਾਸਤੇ ਵੀ ਯੂਜ਼ ਕਰਦੇ ਅਤੇ ਇਸ ਲਈ ਇਹਨਾਂ ਨੂੰ ਡਿਓਡਰੈਂਟਸ ਜਾਂ ਫੇਸ ਪਾਊਡਰਸ ਦੇ ਵਿੱਚ ਵੀ ਮਿਕਸ ਕਰਦੇ ਆ. ਕਾਮਨ ਐਗਜ਼ਾਮਪਲ ਐਂਟੀਸੈਪਟਿਕਸ ਦੀਆਂ ਜਿਹੜੀਆਂ ਤੁਸੀਂ ਆਮ ਸੁਣਦੇ ਆ ਦੈਟ ਇਜ਼ ਡੈਟੋਲ. ਡੈਟੋਲ ਕਿਆ ਹੈ? ਇਟ ਇਜ਼ ਅ ਮਿਕਸਚਰ ਆਫ क्लोरोजाइलिनोल एंड टर्पिनियोल. ये याद रखना कि डेटोल जिहड़ा है वो क्लोरोजाइलिनोल ते टर्पिनोल का मिक्सचर हुंदा हैगा. सोफ्रामाइसिन तुसीं सुनिया होना, क्रीम लगांदे एंटीसैप्टिक. बीथेनॉल है, बीथेनॉल जिहड़ा है वो ज़्यादातर एंटीसैप्टिक सोप्स दे विच ऐड किया जाता. आइडोफोम है, आयोडीन है, बोरिक एसिड, हाइड्रोजन परऑक्साइड, टिंचर ऑफ आयोडीन. टिंचर ऑफ आयोडीन तुसीं छोटी क्लासिस च भी सुनिया होना. 2 to 3% ਆਇਓਡੀਨ ਹੁੰਦਾ ਐਲਕੋਹਲਿਕ ਸੋਲਿਊਸ਼ਨ ਦਾ. ਇਹ ਵਾਊਂਡ ਵਗੈਰਾ ਅਤੇ ਸੱਟ ਵਗੈਰਾ ਨੂੰ ਸਾਫ਼ ਕਰਨ ਵਾਸਤੇ ਐਜ਼ ਅ ਐਂਟੀਸੈਪਟਿਕ ਯੂਜ਼ ਹੁੰਦਾ. ਐਂਟੀਸੈਪਟਿਕ ਅਤੇ ਡਿਸਇਨਫੈਕਟੈਂਟ 'ਚ ਬੇਸਿਕ ਡਿਫਰੈਂਸ ਇਹੀ ਹੈ ਕਿ ਐਂਟੀਸੈਪਟਿਕਸ ਜਿਹੜੇ ਹੈ ਦੈਟ ਆਰ ਅਪਲਾਈਡ ਔਨ ਲਿਵਿੰਗ ਟਿਸ਼ੂਜ਼ ਐਂਡ ਡਿਸਇਨਫੈਕਟੈਂਟਸ ਜਿਹੜੇ ਹੈ ਉਹ ਲਿਵਿੰਗ ਟਿਸ਼ੂਜ਼ ਪਰ ਅਪਲਾਈ ਨਹੀਂ ਹੁੰਦੇ.
एंटीसैप्टिक तो बाद है डिसइनफेक्टेंट्स। Disinfectants are the chemical substances which are used to kill the microorganism but they cannot be applied on living tissues. Disinfectant ਤੇ antiseptic ਦੇ ਵਿੱਚ ਇਹੀ difference ਹੈ ਕਿ ਜਿਹੜੇ antiseptics ਹੈ that can be applied on living tissues, ਉਹ living tissues ਪਰ apply ਕੀਤੇ ਜਾ ਸਕਦੇ but disinfectants ਨੂੰ living tissues ਤੇ apply ਨਹੀਂ ਕੀਤਾ ਜਾਂਦਾ। ਅਦਰਵਾਈਜ਼ ਦੋਨਾਂ ਦਾ ਫੰਕਸ਼ਨ ਸੇਮ ਹੈ, ਮਾਈਕਰੋ ਆਰਗੈਨਿਜ਼ਮਸ ਦੀ ਗਰੋਥ ਨੂੰ ਇਨਹਿਬਿਟ ਕਰਨਾ ਜਾਂ ਉਹਨਾਂ ਨੂੰ ਕਿਲ ਕਰਨਾ। ਜਿਹੜੇ ਡਿਸਇਨਫੈਕਟੈਂਟਸ ਹੁੰਦੇ ਹੈਗੇ ਉਹ ਜ਼ਿਆਦਾਤਰ ਕਿੱਥੇ ਅਪਲਾਈ ਹੁੰਦੇ, ਫਲੋਰਸ 'ਤੇ, ਡਰੇਨੇਜ ਸਿਸਟਮ ਦੇ ਵਿੱਚ, ਇੰਸਟਰੂਮੈਂਟਸ ਵਗੈਰਾ ਨੂੰ ਡਿਸਇਨਫੈਕਟੈਂਟ ਕਰਨ ਵਾਸਤੇ ਵਾਟਰ ਟਰੀਟਮੈਂਟ ਸੈਂਟਰਸ ਦੇ ਵਿੱਚ ਯੂਜ਼ ਹੁੰਦੇ ਹੈਗੇ। ਠੀਕ ਹੈ, ਕਾਮਨ ਐਗਜ਼ਾਮਪਲਸ ਕਿਆ ਹੈ, ਕਲੋਰੀਨ ਹੈ, ਸਲਫਰ ਡਾਈਆਕਸਾਈਡ ਹੈ, ਲਾਈਜ਼ੋਲ ਹੈ। ਲਾਈਜ਼ੋਲ ਤੁਸੀਂ ਸੁਣਿਆ ਹੋਣਾ, ਕਾਮਨਲੀ ਘਰਾਂ ਦੇ ਵਿੱਚ ਯੂਜ਼ ਕਰਦੇ ਅਸੀਂ। ਉਹ ਸੋਲਿਊਸ਼ਨ ਹੁੰਦਾ ਕ੍ਰਿਸੋਲ ਇਨ ਸੋਪੀ ਵਾਟਰ। ਅਤੇ ਫਿਨੋਲ ਹੈ, ਫਰਨੈਲ ਬੋਲਦੇ ਜਿਹਨੂੰ, ਦੈਟ ਇਜ਼ ਬੇਸਿਕਲੀ ਫਿਨੋਲ ਐਂਡ ਇਟ ਐਕਟ ਐਜ਼ ਡਿਸਇਨਫੈਕਟੈਂਟ। ਇਹਦੇ ਵਿੱਚ ਇੱਕ ਸਪੈਸ਼ਲ ਕੇਸ ਹੈ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਕਿ ਐਂਟੀਸੈਪਟਿਕਸ ਜਿਹੜੇ ਹੈ ਉਹ ਲਿਵਿੰਗ ਆਰਗੈਨਿਜ਼ਮਸ 'ਤੇ ਅਪਲਾਈ ਹੋ ਸਕਦੇ, ਲਿਵਿੰਗ ਟਿਸ਼ੂਜ਼ 'ਤੇ। ਡਿਸਇਨਫੈਕਟੈਂਟ ਲਿਵਿੰਗ ਟਿਸ਼ੂਜ਼ 'ਤੇ ਅਪਲਾਈ ਨਹੀਂ ਹੋ ਸਕਦੇ, ਬਟ ਸੇਮ ਸਬਸਟਾਂਸ ਐਂਟੀਸੈਪਟਿਕ ਅਤੇ ਡਿਸਇਨਫੈਕਟੈਂਟ ਦੋਨਾਂ ਦੇ ਤੌਰ 'ਤੇ ਕੰਮ ਕਰ ਸਕਦਾ ਡਿਪੈਂਡਿੰਗ ਅਪੋਨ ਇਟਸ ਕੰਸਨਟ੍ਰੇਸ਼ਨ। ਠੀਕ ਹੈ, ਸੋ ਇੱਕ ਸਾਡੇ ਕੋਲ ਸਪੈਸ਼ਲ ਕੇਸ ਹੈ 0.2% ਸੋਲਿਊਸ਼ਨ ਆਫ ਫਿਨੋਲ, ਉਹ ਐਜ਼ ਐਂਟੀਸੈਪਟਿਕ ਕੰਮ ਕਰਦਾ ਅਤੇ 1% ਸੋਲਿਊਸ਼ਨ ਜਿਹੜਾ ਹੈ ਫਿਨੋਲ ਦਾ ਐਜ਼ ਅ ਡਿਸਇਨਫੈਕਟੈਂਟ ਕੰਮ ਕਰਦਾ। ਤਾਂ ਇਟ ਮੀਨਸ ਇੱਥੇ ਕੰਸਨਟ੍ਰੇਸ਼ਨ ਅਗਰ ਡਿਫਰੈਂਟ ਹੈ ਤਾਂ ਸੇਮ ਸਬਸਟਾਂਸ ਕੈਨ ਐਕਟ ਐਜ਼ ਐਂਟੀਸੈਪਟਿਕ ਐਜ਼ ਵੈਲ ਐਜ਼ ਡਿਸਇਨਫੈਕਟੈਂਟ। ਇਹ ਬੜਾ ਕਾਮਨ ਕੁਐਸਚਨ ਹੈ, ਪੇਪਰ ਦੇ ਵਿੱਚ ਪੁੱਛਦੇ ਹੈ, ਨੇਮ ਵਨ ਸਬਸਟਾਂਸ ਵਿਚ ਕੈਨ ਐਕਟ ਐਜ਼ ਐਂਟੀਸੈਪਟਿਕ ਐਜ਼ ਵੈਲ ਐਜ਼ ਡਿਸਇਨਫੈਕਟੈਂਟ। ਤਾਂ ਉਹਦਾ ਕਰੈਕਟ ਆਂਸਰ ਕਿਆ ਹੈ, ਦੈਟ ਇਜ਼ 0.2% solution of phenol act as antiseptic and 1% solution of phenol act as disinfectant. So what is the basic difference between antiseptic and disinfectant? कि antiseptics ਜਿਹੜੇ ਹੈ that can be applied on living tissues and disinfectants cannot be applied on living tissues. Next are antimicrobials or antimicrobial drugs. These are the chemical substances used to cure infections due to microorganisms. Microorganism ਜਿਵੇਂ ਬੈਕਟੀਰੀਆ, ਵਾਇਰਸ ਹੈ, ਫੰਗੀ ਹੈ, ਇਹ ਮਾਈਕਰੋਆਰਗੈਨਿਜ਼ਮਸ ਦੇ ਨਾਲ ਜਿਹੜੀ ਡਿਜ਼ੀਜ਼ਿਸ ਹੁੰਦੀਆਂ ਉਹਨਾਂ ਨੂੰ ਕਿਉਰ ਕਰਨ ਵਾਸਤੇ ਐਂਟੀਮਾਈਕਰੋਬੀਅਲ ਡਰੱਗਸ ਜਿਹੜੇ ਆ ਉਹ ਯੂਜ਼ ਕਰਦੇ ਅਸੀਂ। ਐਂਟੀਮਾਈਕਰੋਬੀਅਲ ਡਰੱਗਸ ਜਿਹੜੇ ਆ ਉਹ ਮੋਸਟਲੀ ਸਿੰਥੈਟਿਕ, ਸੈਮੀ ਸਿੰਥੈਟਿਕ ਜਾਂ ਐਨੀਮਲਸ ਵਗੈਰਾ ਤੋਂ ਡਿਰਾਈਵ ਕੀਤੇ ਜਾ ਸਕਦੇ। ਠੀਕ ਹੈ, ਐਗਜ਼ਾਮਪਲਸ ਕਿਆ ਹੈ, ਸੈਲਵਾਰਸਨ ਹੈ, ਪ੍ਰੋਂਟੋਸਿਲ ਹੈ, ਸਲਫੀਨਾਮਾਈਡ ਹੈ। ਸਲਫਾ ਡਰੱਗਸ ਜਿਹੜੇ ਹੁੰਦੇ ਉਹ ਬੇਸਿਕਲੀ ਐਂਟੀਮਾਈਕਰੋਬੀਅਲ ਡਰੱਗਸ ਦੇ ਅੰਡਰ ਆਉਂਦੇ। ਐਂਟੀ ਫੰਜਾਈ, ਐਂਟੀ ਵਾਇਰਸ, ਐਂਟੀ ਬੈਕਟੀਰੀਅਲ ਜਿਹੜੀ ਮੈਡੀਸਿਨਸ ਹੈ ਉਹ ਸਾਰੀਆਂ ਐਂਟੀਮਾਈਕਰੋਬੀਅਲ ਡਰੱਗਸ ਦੇ ਅੰਡਰ ਆਉਂਦੀਆਂ ਹੈਗੀਆਂ। ਨੈਕਸਟ ਆ ਟੋਪਿਕ ਇਜ਼ ਐਂਟੀਬਾਇਓਟਿਕਸ। ਐਂਟੀਬਾਇਓਟਿਕਸ ਵਰਡਸ ਜਿਹੜਾ ਹੈ ਉਹ ਤੁਸੀਂ ਕਾਮਨਲੀ ਸੁਣਦੇ ਆ। ਇਹ ਕਿਆ ਹੁੰਦੇ, ਦੀਜ਼ ਆਰ ਦ ਕੈਮੀਕਲ ਸਬਸਟਾਂਸਿਸ ਵਿਚ ਆਰ ਪ੍ਰੋਡਿਊਸਡ ਬਾਈ ਮਾਈਕਰੋ ਆਰਗੈਨਿਜ਼ਮ, ਬੈਕਟੀਰੀਆ, ਫੰਗੀ ਔਰ ਮੋਲਡਸ ਦੇ ਥਰੂ ਐਂਡ ਕੈਨ ਇਨਹਿਬਿਟ ਦ ਗਰੋਥ ਔਰ ਈਵਨ ਡਿਸਟਰੋਏ ਦ ਅਦਰ ਮਾਈਕਰੋ ਆਰਗੈਨਿਜ਼ਮ। ਐਂਟੀਬਾਇਓਟਿਕ ਦੀ ਖਾਸੀਅਤ ਇਹੀ ਥੀ ਕਿ ਜਿਹੜੇ ਐਂਟੀਬਾਇਓਟਿਕਸ ਹੈ ਉਹ ਪ੍ਰੋਡਿਊਸ ਵੀ ਕਿਹਨਾਂ ਤੋਂ ਹੁੰਦੇ ਹੈਗੇ, ਮਾਈਕਰੋ ਆਰਗੈਨਿਜ਼ਮਸ ਤੋਂ ਹੁੰਦੇ ਹੈ ਅਤੇ ਖ਼ਤਮ ਵੀ ਕਿਹਨਾਂ ਨੂੰ ਕਰਦੇ, ਮਾਈਕਰੋ ਆਰਗੈਨਿਜ਼ਮਸ ਨੂੰ। ਇਹਦਾ ਮਤਲਬ ਹੈ ਯੂਜ਼ਿੰਗ ਵਨ ਥੀਵ ਅਗੇਂਸਟ ਦ ਅਦਰ। ਬਟ ਇਹਦੀ ਡੈਫੀਨੇਸ਼ਨ ਹੁਣ ਥੋੜ੍ਹੀ ਮੋਡੀਫਾਈ ਹੋ ਚੁੱਕੀ ਹੈ। ਮਾਡਰਨ ਡੈਫੀਨੇਸ਼ਨ ਪ੍ਰੈਫਰ ਕਰਦੀ ਕਿ ਐਂਟੀਬਾਇਓਟਿਕਸ ਰੈਫਰ ਟੂ ਅ ਸਬਸਟਾਂਸ produced wholly or partially by chemical synthesis. Now this has been changed ਕਿ ਹੁਣ ਜਿਹੜੇ ਐਂਟੀਬਾਇਓਟਿਕਸ ਹੈ ਉਹ ਕੈਮੀਕਲੀ ਵੀ ਸਿੰਥੇਸਾਈਜ਼ ਕੀਤੇ ਜਾ ਸਕਦੇ which in low concentration inhibit the growth or destroy microorganisms by intervening in their metabolic processes. ठीक है, but basically antibiotics की basic definition यही है that they are produced by microorganism and used to kill the other microorganisms. देखो ਐਂਟੀਬਾਇਓਟਿਕ ਦੈਮਸੈਲਵਸ ਆਰ ਪ੍ਰੋਡਕਟ ਆਫ ਮਾਈਕਰੋਬੀਅਲ ਗਰੋਥ ਅਤੇ ਇਹਨਾਂ ਨੂੰ ਯੂਜ਼ ਵੀ ਮਾਈਕਰੋ ਆਰਗੈਨਿਜ਼ਮਸ ਦੇ ਅਦਰ ਮਾਈਕਰੋ ਆਰਗੈਨਿਜ਼ਮਸ ਦੇ ਅਗੇਂਸਟ ਕਰਦੇ ਹੈਗੇ। ਜਿਹੜਾ ਪਹਿਲਾ ਸਕਸੈਸਫੁਲ ਐਂਟੀਬਾਇਓਟਿਕ ਪ੍ਰੋਡਿਊਸ ਹੋਇਆ ਥਾ ਵਾਜ਼ ਪੈਂਸਿਲਿਨ। ਉਹ ਪੈਂਸਿਲਿਨ ਥਾ, ਤੁਸੀਂ ਉਹਦੇ ਬਾਰੇ ਸੁਣਿਆ ਹੋਣਾ, ਐਂਡ ਵਾਜ਼ ਡਿਸਕਵਰਡ ਬਾਈ ਅਲੈਗਜ਼ੈਂਡਰ ਫਲੈਮਿੰਗ ਇਨ 1929। ਜਿਹੜਾ ਪੈਂਸਿਲਿਨ ਹੈ ਉਹ ਸੋਰ ਥਰੋਟ, ਗਲਾ ਖਰਾਬ ਹੋਵੇ, ਬ੍ਰੌਂਚਾਈਟਿਸ ਜਾਂ ਨਿਮੋਨੀਆ ਵਰਗੀ ਬਿਮਾਰੀਆਂ ਦੇ ਟਰੀਟਮੈਂਟ ਵਾਸਤੇ ਯੂਜ਼ ਹੁੰਦਾ ਹੈਗਾ। ਨੈਕਸਟ ਇਜ਼ ਟਾਈਪਸ ਆਫ ਐਂਟੀਬਾਇਓਟਿਕਸ। ਅਸੀਂ ਐਂਟੀਬਾਇਓਟਿਕਸ ਨੂੰ ਦੋ ਫੈਕਟਰ ਦੇ ਬੇਸਿਸ ਪਰ ਜਿਹੜਾ ਹੈ
ਉਹ ਡਿਵਾਈਡ ਕਰਾਂਗੇ। ਵਨ ਇਜ਼ ਡਿਪੈਂਡਿੰਗ ਅਪੋਨ देयर ਇਫੈਕਟ, ਅਦਰ ਇਜ਼ ਡਿਪੈਂਡਿੰਗ ਅਪੋਨ देयर ਰਿਸਪੌਂਸ। फस्ट इज़ टाइप्स ऑफ एंटीबायोटिक्स डिपेंडिंग अपॉन देयर इफैक्ट के बेसिस पर एंटीबायोटिक्स जोड़े दो टाइप्स के होंगे है। वन इज़ बैक्टीरीसाइडल एंटीबायोटिक्स, अदर इज़ बैक्टीरियोस्टैटिक एंटीबायोटिक्स। बैक्टीरीसाइडल एंटीबायोटिक्स वो होंगे जिहड़े बैक्टीरिया नूं किल कर देंगे, मार देंगे, ग्रोथ नूं इनहिबिट नहीं करते, जस्ट उन्होंने किल कर देंगे। इन्हां दी एग्जाम्पल्स है पेंसिलिन, अफ्लॉक्सीन, स्ट्रैप्टोमाइसिन। दूजे होंगे बैक्टीरियोस्टैटिक एंटीबायोटिक्स, ये किल नहीं करते, ये एंटीबायोटिक्स जोड़े है वो माइक्रो ऑर्गेनिज्म की मल्टीप्लिकेशन या ग्रोथ नूं रोक लेंदे, इनहिबिट कर देंगे। एग्जाम्पल्स एरिथ्रोमाइसिन्स है, क्लोरमफेनिकोल है। ठीक है, सो दिस इज़ द बेसिक डिफरेंस बिटवीन बैक्टीरीसाइडल एंड बैक्टीरियोस्टैटिक। स्टैट रोकता, स्टैटिक करता उन्होंने, बैक्टीरीसाइडल्स दे विचों खत्म। नैक्सट इज़ टाइप्स ऑफ एंटीबायोटिक्स डिपेंडिंग अपॉन रिस्पॉन्स। रिस्पॉन्स के बेसिस पर एंटीबायोटिक्स अगेन टू टाइप्स के होंगे है। वन इज़ ब्रॉड स्पैक्ट्रम एंटीबायोटिक्स, अदर इज़ नैरो स्पैक्ट्रम एंटीबायोटिक्स। ब्रॉड स्पैक्ट्रम एंटीबायोटिक्स मीनस क्या होंदा, ये वो एंटीबायोटिक्स होंगे जिहड़े कि एक वाइड रेंज ऑफ माइक्रो ऑर्गेनिजम्स के अगेंस्ट इफैक्टिव हो सकते। मतलब ये काफ़ी तरह के माइक्रो ऑर्गेनिजम्स के कारण जिहड़ी बीमारियां हुई हैं या डिजीज़ कॉज हुई उन्होंने दे क्योर वास्ते यूज़ कर सकते। सो देयरफॉर दे कैन बी यूज फॉर क्योरिंग अ वैरायटी ऑफ डिजीज़। ये एग्जाम्पल्स है अमॉक्सिलिन, टेट्रासाइक्लिन, क्लोरमफेनिकोल है, स्ट्रेप्टोमाइसिन एक्सेट्रा। नैक्सट इज़ नैरो स्पैक्ट्रम एंटीबायोटिक्स। नैरो मीनस कट, सो इट मीनस ये एंटीबायोटिक्स जोड़े है वो एक लिमिटेड रेंज ऑफ माइक्रो ऑर्गेनिजम्स के अगेंस्ट ही काम कर सकते। मीनस ये कुछ बीमारियां दे ही इलाज वास्ते या क्योर वास्ते यूज़ किए जा सकते। इन्हां दी एग्जाम्पल्स है पेंसिलिन, एरिथ्रोमाइसिन। सो दिस इज़ अबाउट योर एंटीबायोटिक्स। नैक्सट इज़ एनेस्थेटिक्स। एनेस्थेटिक्स कादे वास्ते यूज़ करते, दे आर मोस्टली यूज फॉर क्रिएटिंग इनसेंसिटिविटी टू पेन और अदर सेंसेशन। बेहोश करने वास्ते बेसिकली जिहड़ी मेडिसिन यूज़ करते उन्होंने एनेस्थेटिक या एनेस्थीसिया भी कहते हैं। These are the chemical substances which produce general or local insensibility to pains and other sensations. Basically ਜਦੋਂ ਕੋਈ ਸਰਜਰੀ ਹੈ ਉਹਦੇ ਵਾਸਤੇ ਜਦੋਂ ਕਿਸੇ ਬੋਡੀ ਪਾਰਟ ਨੂੰ ਇਨਸੈਂਸੀਬਲ ਕਰਨਾ ਹੋਵੇ, ਸੈਂਸੇਸ਼ਨ ਖਤਮ ਕਰਨੀ ਹੋਵੇ ਤਾਂ ਐਨੈਸਥੈਟਿਕਸ ਯੂਜ਼ ਕਰਦੇ ਹੈਗੇ। ਐਗਜ਼ਾਮਪਲਸ ਕਲੋਰੋਫਾਰਮ ਤੁਸੀਂ ਕਾਮਨਲੀ ਸੁਣੀ ਵੀ ਹੋਣੀ, ਡਾਈਥਾਈਲ ਵਿਨਾਈਲ ਈਥਰਸ, ਇਹ ਜਿਹੜੇ ਹੈ ਅੱਜ ਕੱਲ੍ਹ ਜਨਰਲ ਐਨੈਸਥੈਟਿਕਸ ਦੇ ਤੌਰ 'ਤੇ यूज़ करते। हालांकि क्लोरोफॉर्म का यूज़ हुण घट हुंदा हैगा, ज़्यादातर डाईथाइल और विनाइल ईथर्स जिहड़े आ यूज़ हुंदे हैगे। इस तो इलावा कोकेन वगैरह भी जिहड़ी है वो भी एज एनेस्थेटिक यूज़ हुंदी हैगी ज़्यादातर केसिस दे विच। सो दिस इज़ ऑल अबाउट योर कैमिकल्स इन मैडिसिनस। जिन्नी भी मैडिसिनस दे विच टाइप्स ऑफ मैडिसिनस थियां वो असीं डिस्कस कर लियां। नैक्सट टाइम वी विल डिस्कस अबाउट कैमिकल्स इन फूड्स। थैंक यू।